ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਪੰਜਾਬ ਮਿਲ USA TV ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ, ਲੈ ਕੇ ਹਾਜ਼ਰ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ 2024, ਆਲਮੀ ਆਗੂ ਟਰੰਪ ਨੂੰ ਜਿੱਤਦਾ ਨਹੀਂ ਦੇਖਣਾ ਚਾਹੁੰਦੇ ਬਾਈਡਨ। ਕੈਨੇਡਾ ਬਾਰਡਰ ਸਰਵਿਸਿਜ਼ ਦੇ ਅੰਕੜਿਆਂ ਵਿੱਚ ਵੱਡਾ ਖੁਲਾਸਾ, 28,000 ਤੋਂ ਵੱਧ ਲੋਕਾਂ ਨੂੰ ਕੀਤਾ ਜਾ ਸਕਦਾ ਹੈ ਡਿਪੋਰਟ। ਹੁਣ ਅਮਰੀਕਾ ਅਤੇ ਆਸਟ੍ਰੇਲੀਆ ਵਿੱਚ ਬੰਦ ਹੋਵੇਗੀ ਫੇਸਬੁੱਕ ਨਿਊਜ਼ ਟੈਬ ਸਰਵਿਸ। ਡੋਨਾਲਡ ਟਰੰਪ ਨੇ ਲੋਕਾਂ ਨੂੰ ਗੋਡ ਬਲੈਸ ਦੀ USA ਬਾਈਬਲ ਖਰੀਦਣ ਦੀ ਕੀਤੀ ਅਪੀਲ। ਮੈਕਸੀਕੋ ਦੇ ਤੱਟ ਤੇ ਕਿਸ਼ਤੀ ਹਾਦਸੇ ਵਿੱਚ 8 ਲੋਕਾਂ ਦੀ ਮੌਤ। ਭਾਰਤ ਵਿੱਚ 10% ਦੀ ਦਰ ਨਾਲ ਵਧਣ ਦਾ ਦਮ, 2050 ਤੱਕ ਅਮਰੀਕਾ ਚੀਨ ਵੀ ਰਹਿ ਜਾਣਗੇ ਪਿੱਛੇ। ਹੁਣ ਖਬਰਾਂ ਵਿਸਥਾਰ ਦੇ ਵਿੱਚ। ਆਪਣੀ ਮੁੜ ਚੋਣ ਲਈ ਜ਼ੋਰ ਦਿੰਦਿਆਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ G20 ਸਿਖਰ ਸੰਮੇਲਨ ਵਿੱਚ ਆਲਮੀ ਨੇਤਾਵਾਂ ਨਾਲ ਉਹਨਾਂ ਦੀਆਂ ਮੀਟਿੰਗਾਂ ਦੌਰਾਨ ਤਕਰੀਬਨ ਹਰ ਆਗੂ ਨੇ ਕਿਹਾ ਸੀ ਕਿ ਉਹ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 2024 ਵਿੱਚ ਜਿੱਤਣ ਨਾ ਦੇਣ। ਉਹਨਾਂ ਨੂੰ ਲੱਗਦਾ ਹੈ ਕਿ ਇਸ ਨਾਲ ਲੋਕਤੰਤਰ ਖਤਰੇ ਵਿੱਚ ਪੈ ਜਾਵੇਗਾ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਬਿਲ ਕਲਿੰਟਨ ਵੀ 2024 ਦੀ ਸਭ ਤੋਂ ਅਹਿਮ ਫੰਡ ਜਟਾਉਣ ਵਾਲੀ ਮੁਹਿੰਮ ਵਿੱਚ ਬਾਈਡਨ ਨਾਲ ਸ਼ਾਮਿਲ ਹੋਏ। ਉਹਨਾਂ ਸਾਥੀ ਡੈਮੋਕ੍ਰੈਟਸ ਨੂੰ ਚੇਤਾਵਨੀ ਦਿੱਤੀ ਕਿ ਟਰੰਪ ਨੂੰ ਹਰਾਉਣਾ ਪਵੇਗਾ। ਬਾਈਡਨ ਨੇ ਕਿਹਾ, ਟਰੰਪ ਨੇ ਕਿਹਾ ਕਿ ਜੇਕਰ ਉਹ ਦੁਬਾਰਾ ਹਾਰ ਗਏ ਤਾਂ ਇੱਥੇ ਖੂਨ ਖਰਾਬਾ ਹੋ ਜਾਵੇਗਾ। ਇਹ ਵਿਅਕਤੀ ਕੀ ਕਹਿ ਰਿਹਾ ਹੈ, ਮੈਨੂੰ ਸੱਚਮੁੱਚ ਇਸ ਦੀ ਚਿੰਤਾ ਹੈ। ਉਹਨਾਂ ਕਿਹਾ ਕਿ ਭਾਰਤ ਵਿੱਚ G20 ਮੀਟਿੰਗਾਂ ਦੌਰਾਨ ਬਹੁਤ ਸਾਰੇ ਆਲਮੀ ਆਗੂਆਂ ਨੇ ਉਹਨਾਂ ਨਾਲ ਇਕੱਲਿਆਂ ਗੱਲਬਾਤ ਕੀਤੀ ਤੇ ਕਿਹਾ ਕਿ ਉਹ ਟਰੰਪ ਨੂੰ ਜਿੱਤਣ ਨਹੀਂ ਦੇ ਸਕਦੇ। ਉਹਨਾਂ ਕਿਹਾ, ਮੇਰਾ ਲੋਕਤੰਤਰ ਦਾਅ ਤੇ ਲੱਗਿਆ ਹੋਇਆ ਹੈ। ਬਾਈਡਨ ਨੇ ਨਾਟੋ ਚੋਂ ਬਾਹਰ ਨਿਕਲਣ ਲਈ ਵੀ ਟਰੰਪ ਦੀ ਆਲੋਚਨਾ ਕੀਤੀ। ਜ਼ਿਕਰਯੋਗ ਹੈ ਕਿ ਭਾਰਤ ਨੇ ਪਹਿਲੀ ਵਾਰ 9-10 ਸਤੰਬਰ ਤੱਕ ਨਵੀਂ ਦਿੱਲੀ ਵਿੱਚ G20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕੀਤੀ ਸੀ। ਬਾਈਡਨ ਨੂੰ ਡੈਮੋਕ੍ਰੇਟਸ ਨਾਮਜ਼ਦਗੀ ਲਈ ਕਿਸੇ ਮੁਕਾਬਲੇ ਦਾ ਸਾਹਮਣਾ ਨਹੀਂ ਕਰਨਾ ਪਿਆ। ਰਾਸ਼ਟਰਪਤੀ ਬਾਈਡਨ, ਬਰਾਕ ਓਬਾਮਾ ਅਤੇ ਬਿਲ ਕਲਿੰਟਨ ਨੇ ਨਿਊਯਾਰਕ ਦੇ ਰੇਡੀਓ ਸਿਟੀ ਮਿਊਜ਼ਿਕ ਹਾਲ ਵਿੱਚ ਹੋਏ ਸਮਾਗਮ ਵਿੱਚ ਇੱਕੋ ਮੰਚ ਤੇ ਸ਼ਿਰਕਤ ਕੀਤੀ। ਡੈਮੋਕ੍ਰੈਟਿਕ ਪਾਰਟੀ ਵੱਲੋਂ ਇੱਕ ਵਾਰ ਫਿਰ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਸ਼ਾਮਿਲ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਆਪਣਾ ਫੰਡ ਰੇਜ਼ਿੰਗ ਸਮਾਗਮ ਵਿੱਚ ਅਚਨਚੇਤ ਹੁੰਗਾਰਾ ਮਿਲਿਆ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਬਿਲ ਕਲਿੰਟਨ ਨੇ ਬੀਤੇ ਦਿਨ ਰਾਤ ਨੂੰ ਨਿਊਯਾਰਕ ਦੇ ਰੇਡੀਓ ਸਿਟੀ ਮਿਊਜ਼ਿਕ ਹਾਲ ਵਿੱਚ ਆਯੋਜਿਤ ਸਮਾਗਮ ਵਿੱਚ ਸ਼ਿਰਕਤ ਕੀਤੀ। ਬਾਈਡਨ ਨੂੰ $26 ਮਿਲੀਅਨ, ਲਗਭਗ ਕਰੀਬ 216 ਕਰੋੜ ਰੁਪਏ ਦੀ ਫੰਡਿੰਗ ਕੀਤੀ ਗਈ ਹੈ। ਇਹ ਪਹਿਲੀ ਵਾਰ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣ ਮੁਹਿੰਮ ਵਿੱਚ ਇੱਕ ਸਮਾਗਮ ਵਿੱਚ ਇੰਨਾ ਵੱਡਾ ਦਾਨ ਇਕੱਠਾ ਹੋਇਆ ਹੈ। ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ ਵਿੱਚ ਅਸਫਲ ਸ਼ਰਨਾਰਥੀ ਦਾਅਵੇਦਾਰਾਂ ਲਈ 28,145 ਲੋਕਾਂ ਦੇ ਸਰਗਰਮ ਵਾਰੰਟ ਜਾਰੀ ਕੀਤੇ ਗਏ ਨੇ। ਕੰਜ਼ਰਵੇਟਿਵ MP ਬ੍ਰੈਡ ਰੇਡੇਕੌਪ ਦੁਆਰਾ ਪੇਸ਼ ਕੀਤੇ ਗਏ ਆਰਡਰ ਪੇਪਰ ਕਮਿਸ਼ਨ ਦੇ ਜਵਾਬ ਵਿੱਚ ਬਾਰਡਰ ਸਰਵਿਸ ਨੇ ਦੇਸ਼ ਵਿੱਚ ਅਸਫਲ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਤੇ ਰੋਸ਼ਨੀ ਪਾਈ। CBSA ਨੇ ਆਪਣੇ ਜਵਾਬ ਵਿੱਚ ਲਿਖਿਆ ਕਿ ਇੱਕ CBSA ਅਧਿਕਾਰੀ ਕਿਸੇ ਵਿਦੇਸ਼ੀ ਨਾਗਰਿਕ ਦੀ ਗ੍ਰਿਫਤਾਰੀ ਅਤੇ ਨਜ਼ਰਬੰਦੀ ਲਈ ਵਾਰੰਟ ਜਾਰੀ ਕਰ ਸਕਦਾ ਹੈ ਜੇਕਰ ਅਧਿਕਾਰੀ ਕੋਲ ਇਹ ਵਿਸ਼ਵਾਸ ਕਰਨ ਦਾ ਵਾਜਬ ਆਧਾਰ ਹੈ ਕਿ ਵਿਅਕਤੀ IRPA ਦੇ ਅਧੀਨ ਅਯੋਗ ਹੈ ਅਤੇ ਜਾਂ ਤਾਂ ਜਨਤਾ ਲਈ ਖਤਰਾ ਹੈ ਜਾਂ ਇਮੀਗ੍ਰੇਸ਼ਨ ਪ੍ਰਕਿਰਿਆ ਲਈ ਪੇਸ਼ ਹੋਣ ਦੀ ਸੰਭਾਵਨਾ ਨਹੀਂ ਹੈ। ਜਿਵੇਂ ਕਿ ਕੈਨੇਡਾ ਤੋਂ ਹਟਾਉਣਾ। CBSA ਨੇ ਕਿਹਾ ਕਿ 8,839 ਸ਼ਰਨ ਦੇ ਦਾਅਵੇਦਾਰ ਨੇ ਜੋ ਯੋਗਤਾ ਦੇ ਫੈਸਲੇ ਲਈ ਲੰਬਿਤ ਨੇ ਅਤੇ ਨਾਲ ਹੀ 18,684 ਜਿਨ੍ਹਾਂ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਉਹਨਾਂ ਕੋਲ ਲਾਗੂ ਹੋਣ ਯੋਗ ਹਟਾਉਣ ਦਾ ਆਦੇਸ਼ ਹੈ। ਅਸਫਲ ਸ਼ਰਨਾਰਥੀ ਦਾਅਵੇਦਾਰਾਂ ਵਿੱਚੋਂ 73 ਇਸ ਵੇਲੇ ਨਜ਼ਰਬੰਦ ਨੇ। ਹੋਰ 12,882 ਨਜ਼ਰਬੰਦੀ ਪ੍ਰੋਗਰਾਮ ਦੇ ਵਿਕਲਪ ਵਿੱਚ ਦਾਖਲ ਨੇ, ਜਿਨ੍ਹਾਂ ਵਿੱਚੋਂ ਬਹੁਤੇ ਅਸਫਲ ਸ਼ਰਨਾਰਥੀ ਦਾਅਵੇਦਾਰ ਨੇ। ਏਜੰਸੀ ਨੇ ਕਿਹਾ ਕਿ ਅੰਕੜੇ ਸਹੀ ਨਹੀਂ ਨੇ ਕਿਉਂਕਿ ਜਵਾਬ ਇੱਕ ਤੇਜ਼ ਸਮਾਂ ਸੀਮਾ ਵਿੱਚ ਸੰਕਲਿਤ ਕੀਤੇ ਗਏ ਨੇ।
ਭਾਰਤ ਦੀ ਸਭ ਤੋਂ ਵੱਡੀ ਆਈਟੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ ਤੇ ਅਮਰੀਕੀ ਪੇਸ਼ੇਵਰਾਂ ਦੁਆਰਾ ਵਿਤਕਰੇ ਦਾ ਦੋਸ਼ ਲਗਾਇਆ ਗਿਆ ਹੈ। ਤਜਰਬੇਕਾਰ ਅਮਰੀਕੀ ਪੇਸ਼ੇਵਰਾਂ ਦੇ ਇੱਕ ਸਮੂਹ ਨੇ TCS ਤੇ ਉਹਨਾਂ ਦੀ ਨਸਲ ਅਤੇ ਉਮਰ ਦੇ ਆਧਾਰ ਤੇ ਉਹਨਾਂ ਨਾਲ ਗਲਤ ਵਿਤਕਰਾ ਕਰਨ ਦਾ ਦੋਸ਼ ਲਗਾਇਆ ਹੈ। ਦੀ ਵਾਲ ਸਟਰੀਟ ਜਰਨਲ ਦੀ ਰਿਪੋਰਟ ਮੁਤਾਬਿਕ ਇਸ ਨਾਲ ਜੁੜੀ ਸ਼ਿਕਾਇਤ ਅਮਰੀਕੀ ਬਰਾਬਰ ਰੋਜ਼ਗਾਰ ਅਫਸਰ ਕਮਿਸ਼ਨ ਕੋਲ ਕੀਤੀ ਗਈ ਹੈ। ਦੀ ਵਾਲ ਸਟਰੀਟ ਜਰਨਲ ਦੀ ਰਿਪੋਰਟ ਮੁਤਾਬਿਕ TCS ਨੇ ਕਥਿਤ ਤੌਰ ਤੇ ਤਜਰਬੇਕਾਰ ਅਮਰੀਕੀ ਪੇਸ਼ੇਵਰਾਂ ਨੂੰ ਬਰਖਾਸਤ ਕੀਤਾ ਅਤੇ ਉਹਨਾਂ ਦੇ ਕੁਝ ਕੰਮ ਘੱਟ ਤਨਖਾਹ ਵਾਲੇ ਭਾਰਤੀ ਪ੍ਰਵਾਸੀਆਂ ਨੂੰ ਅਸਥਾਈ ਵਰਕ ਵੀਜ਼ਿਆਂ ਤੇ ਸੌਂਪ ਦਿੱਤੇ ਗਏ ਨੇ। ਪਿਛਲੇ ਸਾਲ ਦੇ ਆਖਰੀ ਮਹੀਨੇ ਤੋਂ ਦਸੰਬਰ 2023 ਤੱਕ ਘੱਟੋ-ਘੱਟ 22 ਕਾਮਿਆਂ ਨੇ ਬਰਾਬਰ ਰੋਜ਼ਗਾਰ ਅਫਸਰ ਕਮਿਸ਼ਨ ਕੋਲ TCS ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਰਿਪੋਰਟ ਦੇ ਅਨੁਸਾਰ ਜਿਨ੍ਹਾਂ ਸਾਬਕਾ TCS ਕਰਮਚਾਰੀਆਂ ਨੇ ਸ਼ਿਕਾਇਤ ਕੀਤੀ ਹੈ ਉਹਨਾਂ ਵਿੱਚ ਕਾਕਸ਼ੀਅਨ ਯਾਨੀ ਉੱਤਰੀ ਅਮਰੀਕਾ, ਏਸ਼ੀਅਨ ਅਮਰੀਕਨ ਅਤੇ ਹਿਸਪੈਨਿਕ ਅਮਰੀਕਨ ਸ਼ਾਮਿਲ ਨੇ। ਉਹਨਾਂ ਦੀ ਉਮਰ 40 ਤੋਂ 60 ਸਾਲ ਦੇ ਦਰਮਿਆਨ ਹੈ ਅਤੇ ਉਹ 12 ਤੋਂ ਵੱਧ ਅਮਰੀਕੀ ਰਾਜਾਂ ਵਿੱਚ ਰਹਿੰਦੇ ਨੇ। ਸ਼ਿਕਾਇਤ ਅਨੁਸਾਰ ਉਹਨਾਂ ਵਿੱਚੋਂ ਜ਼ਿਆਦਾਤਰ MBA ਮਾਸਟਰਸ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਜਾਂ ਉੱਚ ਡਿਗਰੀ ਧਾਰਕ ਨੇ। ਨੌਕਰੀ ਤੋਂ ਕੱਢੇ ਗਏ ਪੇਸ਼ੇਵਰਾਂ ਦਾ ਦੋਸ਼ ਹੈ ਕਿ ਕੰਪਨੀ ਭਾਰਤੀਆਂ ਨੂੰ ਜ਼ਿਆਦਾ ਤਰਜੀਹ ਦੇ ਰਹੀ ਹੈ। TCS ਦੇ ਬੁਲਾਰੇ ਨੇ ਇਹਨਾਂ ਦੋਸ਼ਾਂ ਨੂੰ ਰੱਦ ਕੀਤਾ ਹੈ। ਬੁਲਾਰੇ ਦਾ ਕਹਿਣਾ ਹੈ ਕਿ ਇਹ ਦੋਸ਼ ਮਨਘੜੰਤ ਅਤੇ ਗੁੰਮਰਾਹਕੁੰਨ ਨੇ। ਬੁਲਾਰੇ ਨੇ ਅੱਗੇ ਕਿਹਾ ਕਿ ਕੰਪਨੀ ਦਾ ਅਮਰੀਕਾ ਵਿੱਚ ਹਰ ਕਿਸੇ ਨੂੰ ਬਰਾਬਰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦਾ ਸ਼ਾਨਦਾਰ ਟਰੈਕ ਰਿਕਾਰਡ ਹੈ ਅਤੇ ਉਹ ਪੂਰੀ ਇਮਾਨਦਾਰੀ ਨਾਲ ਆਪਣਾ ਕਾਰੋਬਾਰ ਚਲਾ ਰਹੀ ਹੈ। TCS ਦੇ ਅਮਰੀਕਾ ਵਿੱਚ ਦਰਜਨਾਂ ਵੱਡੇ ਗਾਹਕ ਨੇ। TCS ਨੇ ਕੰਪਨੀ ਤੋਂ ਕੱਢੇ ਗਏ ਪੇਸ਼ੇਵਰਾਂ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਹਾਲਾਂਕਿ ਇਹ ਮਾਮਲਾ ਹੁਣ ਬਰਾਬਰ ਰੋਜ਼ਗਾਰ ਅਫਸਰ ਕਮਿਸ਼ਨ ਕੋਲ ਪਹੁੰਚ ਗਿਆ ਹੈ। ਇਹ ਵਾਸ਼ਿੰਗਟਨ ਵਿੱਚ ਸਥਿਤ ਹੈ ਅਤੇ ਕੰਮ ਵਾਲੀ ਥਾਂ ਤੇ ਵਿਤਕਰੇ ਨੂੰ ਰੋਕਣ ਲਈ ਸੰਘੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹੈ। ਇਸ ਕੋਲ ਇਹਨਾਂ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਸ਼ਕਤੀ ਹੈ। ਹਾਲਾਂਕਿ ਗੁਪਤਤਾ ਕਾਰਨ ਕਮਿਸ਼ਨ ਦੇ ਬੁਲਾਰੇ ਨੇ TCS ਨਾਲ ਸੰਬੰਧਿਤ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਮੈਟਾ ਕੰਪਨੀ ਨੇ ਐਲਾਨ ਕੀਤਾ ਕਿ ਅਮਰੀਕਾ, ਆਸਟ੍ਰੇਲੀਆ ਵਿੱਚ ਫੇਸਬੁੱਕ ਨਿਊਜ਼ ਟੈਬ ਦੀ ਸੇਵਾ ਅਪ੍ਰੈਲ ਤੋਂ ਬੰਦ ਹੋ ਜਾਵੇਗੀ। ਪਿਛਲੇ ਸਾਲ ਫਰਾਂਸ, ਬ੍ਰਿਟੇਨ ਅਤੇ ਜਰਮਨੀ ਵਿੱਚ ਇਹ ਸੇਵਾ ਬੰਦ ਕਰ ਦਿੱਤੀ ਗਈ ਸੀ। ਫੇਸਬੁੱਕ ਤੇ ਨਿਊਜ਼ ਟੈਬ ਸੇਵਾ 2019 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਸੇਵਾ ਵਿੱਚ ਫੇਸਬੁੱਕ ਫੀਡ ਵਿੱਚ ਖਬਰਾਂ ਆ ਰਹੀਆਂ ਨੇ। ਵੱਖ-ਵੱਖ ਨਿਊਜ਼ ਏਜੰਸੀਆਂ ਜਾਂ ਵੈਬਸਾਈਟਾਂ ਦੀਆਂ ਖਬਰਾਂ ਫੀਡ ਰਾਹੀਂ ਉਪਭੋਗਤਾਵਾਂ ਤੱਕ ਪਹੁੰਚਦੀਆਂ ਨੇ। ਪਰ ਹੁਣ ਕੰਪਨੀ ਮੈਟਾ ਨੂੰ ਫੇਸਬੁੱਕ ਨਿਊਜ਼ ਟੈਬ ਦੀ ਸੇਵਾ ਨੂੰ ਇਹ ਕਹਿ ਕੇ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਇਸ ਵਿੱਚ ਸਿਆਸੀ ਖਬਰਾਂ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਗਈ ਹੈ ਅਤੇ ਇਸ ਨੂੰ ਕੰਟਰੋਲ ਕਰਨਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ। ਕੰਪਨੀ ਨੇ ਅਪ੍ਰੈਲ ਤੋਂ ਇਹਨਾਂ ਦੋਵਾਂ ਦੇਸ਼ਾਂ ਵਿੱਚ ਸੇਵਾ ਬੰਦ ਕਰਨ ਦਾ ਫੈਸਲਾ ਕੀਤਾ। ਨਿਊਜ਼ ਫੀਡ ਵਿੱਚ ਇਹ ਸੇਵਾ ਬੰਦ ਹੋ ਜਾਵੇਗੀ ਅਤੇ ਫੇਸਬੁੱਕ ਦੇ ਫੈਕਟ ਚੈੱਕ ਫੀਚਰ ਤੇ ਕੋਈ ਅਸਰ ਨਹੀਂ ਪਵੇਗਾ। ਇਸ ਸੇਵਾ ਨੂੰ ਬੰਦ ਕਰਨ ਦੇ ਫੈਸਲੇ ਨਾਲ ਗਲਤ ਜਾਣਕਾਰੀ ਫੈਲਾਉਣ ਵਾਲੀਆਂ ਪੋਸਟਾਂ ਜਾਂ ਖਬਰਾਂ ਦੀ ਸਮੀਖਿਆ ਕਰਨ ਦਾ ਸਿਸਟਮ ਵੀ ਪ੍ਰਭਾਵਿਤ ਨਹੀਂ ਹੋਵੇਗਾ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਤੇ ਲੋਕਾਂ ਨੂੰ ਨਵੀਂ ਬਾਈਬਲ ਖਰੀਦਣ ਲਈ ਕਿਹਾ ਜੋ ਉਹਨਾਂ ਨੇ ਤਿਆਰ ਕੀਤੀ ਹੈ। ਇਸ ਵਿੱਚ ਉਹ ਰਾਸ਼ਟਰਵਾਦ ਅਤੇ ਅਮਰੀਕਾ ਨੂੰ ਮਹਾਨ ਬਣਾਉਣ ਦੀ ਗੱਲ ਕਰ ਰਹੇ ਨੇ। ਇਸ ਬਾਈਬਲ ਦੀ ਕੀਮਤ $60 ਰੱਖੀ ਗਈ ਹੈ। ਇਸ ਨਵੀਂ ਬਾਈਬਲ ਦਾ ਨਾਮ ਗॉड ਬਲੈਸ ਦੀ USA ਹੈ। ਇਸ ਦੇ ਕਵਰ ਤੇ ਅਮਰੀਕੀ ਝੰਡਾ ਵੀ ਹੈ। ਲੋਕ ਇਸ ਦਾ ਵਿਰੋਧ ਕਰ ਰਹੇ ਨੇ। ਲੋਕਾਂ ਵਿੱਚ ਕਹਿਣਾ ਹੈ ਕਿ ਸੱਤਾ ਵਿੱਚ ਵਾਪਸੀ ਲਈ ਪਵਿੱਤਰ ਗ੍ਰੰਥਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਦਰਅਸਲ ਟਰੰਪ ਇੱਕ ਵਾਰ ਫਿਰ ਤੋਂ ਅਮਰੀਕਾ ਦੇ ਰਾਸ਼ਟਰਪਤੀ ਬਣਨਾ ਚਾਹੁੰਦੇ ਨੇ। ਉਹ ਨਵੰਬਰ 2024 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਚੁਣੇ ਗਏ ਨੇ। ਟਰੰਪ ਆਪਣੀ ਚੋਣ ਮੁਹਿੰਮ ਵਿੱਚ ਕਹਿ ਰਹੇ ਨੇ ਕਿ ਅਮਰੀਕਾ ਅਤੇ ਲੋਕਤੰਤਰ ਨੂੰ ਬਚਾਉਣ ਅਤੇ ਮਹਾਨ ਬਣਾਉਣ ਦੀ ਲੋੜ ਹੈ। ਲੋਕਾਂ ਨੂੰ ਬਾਈਬਲ ਖਰੀਦਣ ਲਈ ਉਤਸ਼ਾਹਿਤ ਕਰਦੇ ਹੋਏ ਟਰੰਪ ਨੇ ਕਿਹਾ, ਸਾਰੇ ਅਮਰੀਕੀਆਂ ਨੂੰ ਉਹਨਾਂ ਦੇ ਘਰ ਵਿੱਚ ਇੱਕ ਬਾਈਬਲ ਦੀ ਜ਼ਰੂਰਤ ਹੈ ਅਤੇ ਮੇਰੇ ਕੋਲ ਕਈ ਨੇ। ਮੈਨੂੰ ਇਸ ਬਾਈਬਲ ਦਾ ਸਮਰਥਨ ਕਰਨ ਅਤੇ ਇਸ ਨੂੰ ਖਰੀਦਣ ਲਈ ਉਤਸ਼ਾਹਿਤ ਕਰਨ ਤੇ ਬਹੁਤ ਮਾਣ ਹੈ। ਟਰੰਪ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਬਾਈਬਲ ਉਹਨਾਂ ਦੀ ਪਸੰਦ ਦੀ ਕਿਤਾਬ ਹੈ। ਟਰੰਪ ਦੀ ਬਾਈਬਲ ਵਿੱਚ ਅਮਰੀਕੀ ਝੰਡੇ ਦੇ ਨਾਲ ਅਮਰੀਕੀ ਸੰਵਿਧਾਨ, ਅਧਿਕਾਰਾਂ ਦਾ ਬਿੱਲ, ਆਜ਼ਾਦੀ ਦੀ ਘੋਸ਼ਣਾ ਅਤੇ ਵਫਾਦਾਰੀ ਦੀ ਪ੍ਰਤੀਬੱਧਤਾ ਦੀਆਂ ਕਾਪੀਆਂ ਵੀ ਸ਼ਾਮਿਲ ਨੇ ਅਤੇ ਨਾਲ ਹੀ ਗਾਇਕ ਗ੍ਰੀਨਵੁੱਡ ਦੇ ਗੀਤ ਗॉड ਬਲੈਸ ਦੀ USA ਦਾ ਕੋਰਸ ਵੀ ਸ਼ਾਮਿਲ ਹੈ। ਲੋਕ ਸੋਸ਼ਲ ਮੀਡੀਆ ਤੇ ਇਸ ਬਾਈਬਲ ਦਾ ਵਿਰੋਧ ਕਰ ਰਹੇ ਨੇ, ਜਿਸ ਵਿੱਚ ਇੱਕ ਯੂਜ਼ਰ ਨੇ ਕਿਹਾ, ਸੱਤਾ ਵਿੱਚ ਵਾਪਸੀ ਲਈ ਸਾਡੇ ਵਿਸ਼ਵਾਸ ਅਤੇ ਇੱਥੋਂ ਤੱਕ ਕਿ ਪਵਿੱਤਰ ਬਾਈਬਲ ਦੀ ਵੀ ਦੁਰਵਰਤੋਂ ਕੀਤੀ ਜਾ ਰਹੀ ਹੈ। ਅਮਰੀਕੀ ਮੀਡੀਆ CNN ਦੀ ਰਿਪੋਰਟ ਦੇ ਅਨੁਸਾਰ ਇੱਕ ਪਾਦਰੀ ਨੇ ਕਿਹਾ ਕਿ ਟਰੰਪ ਦੀ ਬਾਈਬਲ ਹੀਬਰੂ ਕਾਨੂੰਨ ਦੇ 10 ਹੁਕਮਾਂ ਵਿੱਚੋਂ ਇੱਕ ਦੀ ਉਲੰਘਣਾ ਕਰਦੀ ਹੈ, ਜਿਸ ਵਿੱਚ ਰੱਬ ਦਾ ਨਾਮ ਵਿਅਰਥ ਲੈਣ ਦੀ ਮਨਾਹੀ ਹੈ।
ਨਵੀਂ ਬਾਈਬਲ ਨੂੰ ਪੜ੍ਹਨਾ ਆਸਾਨ ਦੱਸਿਆ ਗਿਆ। ਇਸ ਵਿੱਚ ਲਿਖੇ ਸ਼ਬਦਾਂ ਦਾ ਆਕਾਰ ਵੀ ਵੱਡਾ ਹੈ, ਜਿਸ ਨੂੰ ਆਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ। ਨਵੀਂ ਬਾਈਬਲ ਦੀ ਕੀਮਤ ਭਾਰਤੀ ਕਰੰਸੀ ਮੁਤਾਬਿਕ 5000 ਰੁਪਏ ਬਣਦੀ ਹੈ। ਬੀਤੀ 26 ਮਾਰਚ 2024 ਨੂੰ ਟਰੰਪ ਨੇ ਆਪਣੇ ਸੋਸ਼ਲ ਪਲੇਟਫਾਰਮ ਟਰੁੱਥ ਤੇ ਇੱਕ ਵੀਡੀਓ ਵੀ ਪੋਸਟ ਕੀਤੀ, ਜਿਸ ਵਿੱਚ ਲੋਕਾਂ ਨੂੰ ਗॉड ਬਲੈਸ ਦੀ USA ਬਾਈਬਲ ਖਰੀਦਣ ਲਈ ਕਹਿ ਰਹੇ ਨੇ। ਉਹਨਾਂ ਕਿਹਾ, ਹੈਪੀ ਹੋਲੀ ਵੀਕ, ਆਓ ਅਮਰੀਕਾ ਲਈ ਦੁਬਾਰਾ ਪ੍ਰਾਰਥਨਾ ਕਰੀਏ। ਜਦੋਂ ਅਸੀਂ ਗੁੱਡ ਫਰਾਈਡੇ ਅਤੇ ਈਸਟਰ ਨੇੜੇ ਆਉਂਦਾ ਹੈ, ਮੈਂ ਚਾਹੁੰਦਾ ਕਿ ਤੁਸੀਂ ਗॉड ਬਲੈਸ ਦੀ USA ਬਾਈਬਲ ਦੀ ਇੱਕ ਕਾਪੀ ਜ਼ਰੂਰ ਖਰੀਦੋ। ਇਹ ਸਿਰਫ $60 ਲਗਭਗ 5000 ਰੁਪਏ ਦੀ ਹੈ। ਬਾਈਬਲ ਦਾ ਨਾਮ ਸਿੰਗਰ ਲੀ ਗ੍ਰੀਨਵੁੱਡ ਦੁਆਰਾ ਦੇਸ਼ ਭਗਤੀ ਦੇ ਗੀਤ ਤੋਂ ਪ੍ਰੇਰਿਤ ਹੈ। ਲੀ ਗ੍ਰੀਨਵੁੱਡ ਅਕਸਰ ਟਰੰਪ ਨਾਲ ਉਹਨਾਂ ਦੀਆਂ ਰੈਲੀਆਂ ਵਿੱਚ ਨਜ਼ਰ ਆ ਚੁੱਕੇ ਨੇ। ਮੈਕਸੀਕੋ ਦੇ ਦੱਖਣੀ ਪ੍ਰਸ਼ਾਂਤ ਤੱਟ ਕੋਲ ਇੱਕ ਕਿਸ਼ਤੀ ਹਾਦਸੇ ਵਿੱਚ 8 ਪ੍ਰਵਾਸੀਆਂ ਦੀ ਮੌਤ ਹੋ ਗਈ। ਮੁੱਢਲੀ ਜਾਂਚ ਦੇ ਆਧਾਰ ਤੇ ਮ੍ਰਿਤਕ ਸ਼ਾਇਦ ਏਸ਼ੀਆ ਦੇ ਰਹਿਣ ਵਾਲੇ ਸਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੈਕਸੀਕੋ ਦੇ ਦੱਖਣੀ ਰਾਜ ਵਾਕਸਾਕਾ ਵਿੱਚ ਸਰਕਾਰੀ ਵਕੀਲਾਂ ਨੇ ਕਿਹਾ ਕਿ ਇਸ ਹਾਦਸੇ ਵਿੱਚ ਬਚੇ ਇੱਕ ਏਸ਼ੀਆਈ ਵਿਅਕਤੀ ਦਾ ਪਤਾ ਲਗਾ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦੇ ਆਧਾਰ ਤੇ ਅਜਿਹਾ ਲੱਗਦਾ ਹੈ ਕਿ ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਲੋਕ ਏਸ਼ੀਆ ਦੇ ਸਨ। ਮ੍ਰਿਤਕਾਂ ਦੀਆਂ ਲਾਸ਼ਾਂ ਪਲਾਇਆ ਵਿਸੈਂਟ ਸ਼ਹਿਰ ਵਿੱਚ ਇੱਕ ਬੀਚ ਨੇੜੇ ਮਿਲੀਆਂ। ਕਿਸ਼ਤੀ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਅਮਰੀਕੀ ਜਲ ਸੈਨਾ ਨੇ 2 ਹੋਰ ਬੋਇੰਗ MQ-25 ਸਟਿੰਗਰੇ ਏਰੀਅਲ ਰੀਫਿਊਲਿੰਗ ਡਰੋਨ ਜਾਂ ਮਾਨਵ ਰਹਿਤ ਵਾਹਨਾਂ ਦੇ ਨਿਰਮਾਣ ਲਈ ਬੋਇੰਗ ਕੰਪਨੀ ਨਾਲ $65.70 ਕਰੋੜ ਤੋਂ ਵੱਧ ਦਾ ਸਮਝੌਤਾ ਕੀਤਾ ਹੈ। ਰੱਖਿਆ ਵਿਭਾਗ ਨੇ ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ, 2 ਵਾਧੂ MQ-25 ਸਿਸਟਮ ਡੈਮੋਨਸਟ੍ਰੇਸ਼ਨ ਟੈਸਟ ਆਰਟੀਕਲ 에ਅਰਕ੍ਰਾਫਟਸ ਦੇ ਉਤਪਾਦਨ ਅਤੇ ਡਿਲੀਵਰੀ ਲਈ ਸੇਂਟ ਲੂਇਸ ਮਿਸੌਰੀ ਦੀ ਬੋਇੰਗ ਕੰਪਨੀ ਨਾਲ $65,70,90,000 ਦਾ ਸਮਝੌਤਾ ਕੀਤਾ ਹੈ। ਸਮਝੌਤੇ ਵਿੱਚ ਨੇਵੀ ਲਈ ਟੂਲਿੰਗ ਅਤੇ ਸੰਚਾਰ ਪ੍ਰਣਾਲੀਆਂ ਵਿੱਚ ਬਦਲਾਅ ਵੀ ਸ਼ਾਮਿਲ ਹੋਣਗੇ। ਰੱਖਿਆ ਵਿਭਾਗ ਨੇ ਕਿਹਾ ਕਿ ਸਮਝੌਤੇ ਤੇ ਜ਼ਿਆਦਾਤਰ ਕੰਮ ਅਮਰੀਕਾ ਦੇ ਮਿਸੂਰੀ ਸੂਬੇ ਦੇ ਸੇਂਟ ਲੂਇਸ ਸ਼ਹਿਰ 45.43% ਅਤੇ ਬਾਕੀ ਅਮਰੀਕਾ ਅਤੇ ਕੈਨੇਡਾ ਦੇ ਹੋਰ ਸਥਾਨਾਂ ਤੇ ਕੀਤਾ ਜਾਵੇਗਾ। ਇਸ ਸਮਝੌਤੇ ਤਹਿਤ ਕਰੀਬ 4.5 ਸਾਲ ਕੰਮ ਕੀਤਾ ਜਾਵੇਗਾ ਅਤੇ ਅਕਤੂਬਰ 2028 ਤੱਕ ਇਸ ਦੇ ਮੁਕੰਮਲ ਹੋਣ ਦੀ ਉਮੀਦ ਹੈ। ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਮਾਈਕਲ ਡੀ ਬ੍ਰਤ ਪਾਤਰਾ ਨੇ ਕਿਹਾ ਕਿ ਭਾਰਤ ਅਗਲੇ ਦਹਾਕੇ ਵਿੱਚ 10% ਦੀ ਵਾਧਾ ਦਰ ਹਾਸਿਲ ਕਰ ਸਕਦਾ ਹੈ। ਉਹਨਾਂ ਕਿਹਾ ਕਿ ਭਾਰਤ ਆਪਣੀ ਊਰਜਾ ਅਤੇ ਬਦਲਾਅ ਦੇ ਜ਼ਰੀਏ ਚੁਣੌਤੀਆਂ ਤੋਂ ਬਾਹਰ ਨਿਕਲ ਰਿਹਾ ਹੈ। ਅਜਿਹੇ ਵਿੱਚ 2032 ਤੱਕ ਭਾਰਤ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਅਤੇ 2050 ਤੱਕ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ। ਭਾਵ ਉਦੋਂ ਅਮਰੀਕਾ ਅਤੇ ਚੀਨ ਵੀ ਪਿੱਛੇ ਰਹਿ ਜਾਣਗੇ, ਜੋ ਹੁਣ ਦੁਨੀਆ ਦੀ ਪਹਿਲੀ ਅਤੇ ਦੂਜੀ ਵੱਡੀ ਅਰਥਵਿਵਸਥਾ ਨੇ। ਉਹਨਾਂ ਨੇ ਕਿਹਾ ਕਿ ਭਾਰਤ ਦੇ ਹਾਲੀਆ ਵਾਧਾ ਪ੍ਰਦਰਸ਼ਨ ਨੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਦਾਹਰਨ ਲਈ ਅੰਤਰਰਾਸ਼ਟਰੀ ਮੁਦਰਾ ਫੰਡ ਯਾਨੀ ਕਿ IMF ਨੇ ਅਪ੍ਰੈਲ 2023 ਅਤੇ ਜਨਵਰੀ 2024 ਦੇ ਦਰਮਿਆਨ ਸੰਚਿਤ ਰੂਪ ਨਾਲ 2023 ਲਈ ਆਪਣੇ ਅਗਾਊਂ ਅੰਦਾਜ਼ੇ ਨੂੰ 0.8% ਵਧਾਇਆ ਹੈ। IMF ਨੇ ਉਮੀਦ ਕੀਤੀ ਹੈ ਕਿ ਭਾਰਤ ਗਲੋਬਲ ਵਾਧੇ ਵਿੱਚ 16% ਦਾ ਯੋਗਦਾਨ ਦੇਵੇਗਾ, ਜੋ ਬਾਜ਼ਾਰ ਐਕਸਚੇਂਜ ਦਰਾਂ ਦੇ ਮਾਮਲੇ ਵਿੱਚ ਦੁਨੀਆ ਵਿੱਚ ਦੂਜਾ ਸਭ ਤੋਂ ਵੱਡਾ ਹਿੱਸਾ ਹੈ। ਇਸ ਮਾਪ ਅਨੁਸਾਰ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਆਉਣ ਵਾਲੇ ਦਹਾਕੇ ਦੇ ਅੰਦਰ ਜਰਮਨੀ ਅਤੇ ਜਾਪਾਨ ਤੋਂ ਅੱਗੇ ਨਿਕਲਣ ਦੀ ਸਥਿਤੀ ਵਿੱਚ ਹੈ। ਖਰੀਦ ਸ਼ਕਤੀ ਸਮਾਨਤਾ PPP ਦੇ ਸੰਦਰਭ ਦੇ ਵਿੱਚ ਭਾਰਤੀ ਅਰਥਵਿਵਸਥਾ ਵਿੱਚ ਪਹਿਲਾਂ ਹੀ ਦੁਨੀਆ ਵਿੱਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ। ਭਾਰਤ ਦੇ G20 ਸ਼ੇਰਪਾ ਅਮਿਤਾਭ ਕਾਂਤ ਨੇ ਕਿਹਾ ਕਿ ਅਸੀਂ 2047 ਤੱਕ $35,000 ਅਰਬ ਦੀ ਅਰਥਵਿਵਸਥਾ ਬਣੀਏ। ਇਸ ਲਈ ਅਗਲੇ 3 ਦਹਾਕਿਆਂ ਵਿੱਚ 9 ਤੋਂ 10% ਦੀ ਦਰ ਹਾਸਿਲ ਕਰਨ ਦੀ ਲੋੜ ਹੈ। ਕਾਂਤ ਨੇ ਕਿਹਾ ਕਿ ਭਾਰਤ 2027 ਤੱਕ ਜਾਪਾਨ ਅਤੇ ਜਰਮਨੀ ਨੂੰ ਪਿੱਛੇ ਛੱਡ ਕੇ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਕਾਂਤ ਨੇ ਕਿਹਾ ਕਿ ਭਾਰਤ ਨੂੰ ਉੱਚੀ ਦਰ ਨਾਲ ਵਾਧਾ ਕਰਨਾ ਚਾਹੀਦਾ ਹੈ। ਭਾਰਤ ਨੂੰ 3 ਦਹਾਕਿਆਂ ਤੱਕ ਹਰ ਸਾਲ 9 ਤੋਂ 10% ਦੀ ਦਰ ਨਾਲ ਵਾਧਾ ਕਰਨਾ ਚਾਹੀਦਾ ਹੈ। ਅਕਤੂਬਰ-ਦਸੰਬਰ 2023 ਵਿੱਚ ਭਾਰਤ ਦੀ ਅਰਥਵਿਵਸਥਾ ਉਮੀਦ ਨਾਲੋਂ ਬਿਹਤਰ 8.4% ਦੀ ਦਰ ਨਾਲ ਵਧੀ, ਜੋ ਪਿਛਲੇ 1.5 ਸਾਲ ਦਾ ਸਭ ਤੋਂ ਉੱਚਾ ਪੱਧਰ ਹੈ। ਇਸ ਨਾਲ ਚਾਲੂ ਵਿੱਤੀ ਸਾਲ ਦੇ ਵਿਕਾਸ ਦਰ ਦੇ ਅੰਦਾਜ਼ੇ ਨੂੰ 7.6% ਤੱਕ ਲੈ ਜਾਣ ਵਿੱਚ ਮਦਦ ਮਿਲੀ ਹੈ। ਕਾਂਤ ਨੇ ਕਿਹਾ, ਸਾਡੀ ਇੱਛਾ ਇਹ ਹੋਣੀ ਚਾਹੀਦੀ ਹੈ ਕਿ 2047 ਤੱਕ ਅਸੀਂ ਨਾ ਸਿਰਫ $35,000 ਅਰਬ ਦੀ ਅਰਥਵਿਵਸਥਾ ਬਣੀਏ, ਸਗੋਂ ਅਸੀਂ ਪ੍ਰਤੀ ਵਿਅਕਤੀ ਆਮਦਨ ਨੂੰ ਮੌਜੂਦਾ ਦੇ $3,000 ਤੋਂ ਵਧਾ ਕੇ $18,000 ਤੱਕ ਪਹੁੰਚਾਉਣ ਵਿੱਚ ਸਮਰਥ ਹੋਈਏ। ਫਿਲਹਾਲ ਭਾਰਤੀ ਅਰਥਵਿਵਸਥਾ $3600 ਅਰਬ ਦੀ ਹੈ। ਕਾਂਤ ਨੇ ਕਿਹਾ ਕਿ ਭਾਰਤ ਨੂੰ ਵਾਧੇ ਦਾ ਚੈਂਪੀਅਨ ਬਣਨ ਲਈ ਘੱਟੋ-ਘੱਟ 12 ਸੂਬਿਆਂ ਦੀ ਲੋੜ ਹੈ ਅਤੇ ਉਹਨਾਂ ਨੂੰ 10% ਤੋਂ ਵੱਧ ਦੀ ਦਰ ਨਾਲ ਵਿਕਾਸ ਕਰਨਾ ਹੋਵੇਗਾ। ਉਹਨਾਂ ਕਿਹਾ ਕਿ ਝਾਰਖੰਡ
ਛੱਤੀਸਗੜ੍ਹ ਅਤੇ ਬਿਹਾਰ ਵਰਗੇ ਸੂਬਿਆਂ ਦੀ ਵਿਕਾਸ ਦਰ ਉੱਚੀ ਹੋਣੀ ਚਾਹੀਦੀ ਹੈ। ਜੇਕਰ ਇਹ ਸੂਬੇ 10% ਤੋਂ ਵੱਧ ਦੀ ਦਰ ਨਾਲ ਵਿਕਾਸ ਕਰਨ ਤਾਂ ਭਾਰਤ 10% ਤੋਂ ਵੱਧ ਦੀ ਦਰ ਨਾਲ ਅੱਗੇ ਵਧੇਗਾ। ਕਾਂਤ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤ ਨੂੰ ਸਿੱਖਿਆ, ਸਿਹਤ ਅਤੇ ਪੋਸ਼ਣ ਵਿੱਚ ਭਾਰੀ ਸੁਧਾਰਾਂ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਚੀਨ ਵੱਲੋਂ ਤਿੱਬਤ ਵਿੱਚ ਭਾਰਤ ਅਤੇ ਭੂਟਾਨ ਨਾਲ ਲੱਗਦੀਆਂ ਸਰਹੱਦਾਂ ਨੇੜੇ ਨਵੇਂ ਪਿੰਡ ਉਸਾਰੇ ਜਾ ਰਹੇ ਨੇ। ਉਸ ਵੱਲੋਂ ਬੀਤੇ ਦਿਨ ਤਿੱਬਤ ਤੇ ਕਬਜ਼ੇ ਦੀ 65ਵੀਂ ਵਰ੍ਹੇਗੰਢ ਦੇ ਜਸ਼ਨ ਨਵੇਂ ਸਰਹੱਦੀ ਪਿੰਡਾਂ ਵਿੱਚ ਸਥਾਨਕ ਲੋਕਾਂ ਅਤੇ ਸਰਹੱਦੀ ਫੌਜਾਂ ਨਾਲ ਮਿਲ ਕੇ ਮਨਾਏ ਗਏ। ਅਧਿਕਾਰਿਤ ਮੀਡੀਆ ਰਿਪੋਰਟਾਂ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਤਿੱਬਤ ਨੂੰ ਚੀਨ ਆਪਣੇ ਚੀਨੀ ਨਾਂ ਸ਼ਿਜਾਂਗ ਨਾਲ ਦਰਸਾਉਂਦਾ ਹੈ। ਉਹ ਤਿੱਬਤੀ ਖੇਤਰ ਵਿੱਚ 28 ਮਾਰਚ ਨੂੰ ਪਿਛਲੇ ਕਈ ਸਾਲਾਂ ਤੋਂ ਜਮਹੂਰੀ ਸੁਧਾਰ ਦਿਵਸ ਵਜੋਂ ਮਨਾਉਂਦਾ ਆ ਰਿਹਾ ਹੈ। ਚੀਨ ਇਸ ਦਿਨ ਨੂੰ ਹਿਮਾਲਿਆਈ ਖੇਤਰ ਵਿੱਚ ਦਲਾਈ ਲਾਮਾ ਦੇ ਸ਼ਾਸਨ ਦੇ ਅੰਤ ਵਜੋਂ ਦਰਸਾਉਂਦਾ ਹੈ। ਦਲਾਈ ਲਾਮਾ ਨੇ ਤਿੱਬਤ ਤੋਂ ਭੱਜ ਕੇ 1959 ਤੋਂ ਭਾਰਤ ਵਿੱਚ ਸ਼ਰਨ ਲਈ ਹੋਈ ਹੈ। ਸਰਕਾਰੀ ਖਬਰ ਏਜੰਸੀ ਸ਼ਿਨਹੁਆ ਦੀ ਰਿਪੋਰਟ ਮੁਤਾਬਿਕ ਬੀਤੇ ਵੀਰਵਾਰ ਜਮਹੂਰੀ ਸੁਧਾਰਾਂ ਦੀ 65ਵੀਂ ਵਰ੍ਹੇਗੰਢ ਮਨਾਈ ਗਈ। ਨੇਪਾਲ ਨੇ ਚੀਨ ਨੂੰ ਤਿੱਬਤੀ ਖੁਦ ਮੁਖਤਿਆਰ ਖੇਤਰ ਨਾਲ ਲੱਗਦੀਆਂ ਰਿਵਾਇਤਾਂ ਸਰਹੱਦਾਂ ਦੇ 14 ਲਾਂਘਿਆਂ ਨੂੰ ਨਾ ਸਿਰਫ ਦੁਵੱਲੇ ਵਪਾਰ ਤੇ ਕਾਰੋਬਾਰ ਸਗੋਂ ਲੋਕਾਂ ਦੀ ਆਵਾਜਾਈ ਲਈ ਵੀ ਮੁੜ ਖੋਲ੍ਹਣ ਦੀ ਅਪੀਲ ਕੀਤੀ ਹੈ। ਨੇਪਾਲ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨਾਰਾਇਣ ਕਾਜ਼ੀ ਸ਼੍ਰੇਸ਼ਠ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਤਿੱਬਤ ਖੁਦ ਮੁਖਤਾਰ ਖੇਤਰ ਦੇ ਸਕੱਤਰ ਵਾਂਗ ਜਿਨ ਜੇਂਗ ਨਾਲ ਮੁਲਾਕਾਤ ਦੌਰਾਨ ਨੇਪਾਲ ਤੋਂ ਵਸਤਾਂ ਦੀ ਬਰਾਮਦ ਦੀ ਅਹਿਮੀਅਤ ਤੇ ਵੀ ਜ਼ੋਰ ਦਿੱਤਾ। ਸ਼੍ਰੇਸ਼ਠ 25 ਮਾਰਚ ਤੋਂ 1 ਅਪ੍ਰੈਲ ਤੱਕ ਚੀਨ ਦੇ ਦੌਰੇ ਤੇ ਨੇ। ਇਸ ਮਹੀਨੇ ਮੰਤਰੀ ਬਣਨ ਮਗਰੋਂ ਉਹਨਾਂ ਦੀ ਇਹ ਪਹਿਲੀ ਚੀਨ ਯਾਤਰਾ ਹੈ। ਲਹਾਸਾ ਵਿੱਚ ਗੱਲਬਾਤ ਦੌਰਾਨ ਉਹਨਾਂ ਨੇਪਾਲ ਚੀਨ ਸਰਹੱਦਾਂ ਦੇ ਵਸਨੀਕਾਂ ਨੂੰ ਦਰਪੇਸ਼ ਮੁੱਦਿਆਂ ਦੇ ਹੱਲ ਲਈ ਚੀਨ ਤੋਂ ਸਹਿਯੋਗ ਦੀ ਵੀ ਅਪੀਲ ਕੀਤੀ ਹੈ। ਭਾਰਤੀ ਸਮੁੰਦਰੀ ਫੌਜ ਨੇ ਸ਼ੁੱਕਰਵਾਰ ਨੂੰ ਸਮੁੰਦਰ ਵਿੱਚ ਸਮੁੰਦਰੀ ਡਾਕਾ ਰੋਕੂ ਮੁਹਿੰਮ ਦੇ ਤਹਿਤ 12 ਘੰਟਿਆਂ ਤੋਂ ਵੱਧ ਦੀ ਵੱਡੀ ਜੰਗ ਮੁਹਿੰਮ ਵਿੱਚ ਇੱਕ ਅਗਵਾ ਕੀਤੇ ਇਰਾਨੀ ਮੱਛੀਆਂ ਫੜਨ ਵਾਲੇ ਜਹਾਜ਼ ਅਲ ਕਮਰ 786 ਅਤੇ ਉਸ ਦੀ ਚਾਲਕ ਟੀਮ ਦੇ 23 ਪਾਕਿਸਤਾਨੀ ਨਾਗਰਿਕਾਂ ਨੂੰ ਬਚਾ ਲਿਆ। ਸਮੁੰਦਰੀ ਫੌਜ ਦੇ ਬੁਲਾਰੇ ਨੇ ਅਧਿਕਾਰਿਤ ਬਿਆਨ ਅਨੁਸਾਰ INS ਸੁਮੇਧਾ ਨੇ ਸ਼ੁੱਕਰਵਾਰ ਨੂੰ ਤੜਕੇ ਅਲ ਕਮਰ ਨੂੰ ਰੋਕਿਆ ਅਤੇ ਬਾਅਦ ਵਿੱਚ ਗਾਈਡਡ ਮਿਜ਼ਾਈਲ ਫ੍ਰਿਗੇਟ INS ਤ੍ਰਿਸ਼ੂਲ ਉਸ ਦੀ ਮਦਦ ਲਈ ਪਹੁੰਚ ਗਿਆ। 12 ਘੰਟਿਆਂ ਤੋਂ ਵੱਧ ਦੇ ਡੂੰਘੇ ਜੰਗੀ ਉਪਾਵਾਂ ਦੇ ਬਾਅਦ ਅਗਵਾ ਕੀਤੇ ਗਏ ਜਹਾਜ਼ ਦੇ ਸਵਾਰ ਸਮੁੰਦਰੀ ਲੁਟੇਰਿਆਂ ਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਅਤੇ ਪਾਕਿਸਤਾਨੀ ਨਾਗਰਿਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਘਟਨਾ ਦੇ ਸਮੇਂ ਜਹਾਜ਼ ਵਿੱਚ 9 ਹਥਿਆਰਬੰਦ ਸਮੁੰਦਰੀ ਲੁਟੇਰੇ ਸਵਾਰ ਸਨ। ਦੁਬਈ ਦੀ ਧਰਤੀ ਤੇ ਹੋਣ ਜਾ ਰਹੇ ਦੁਬਈ ਇੰਟਰਨੈਸ਼ਨਲ ਬਿਜ਼ਨਸ ਅਵਾਰਡ 2024 ਦੌਰਾਨ ਵਿਸ਼ਵ ਭਰ ਵਿੱਚੋਂ ਨਾਮੀ ਹਸਤੀਆਂ ਦੀ ਆਮਦ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਵਿਸ਼ਵ ਭਰ ਦੇ ਕਾਰੋਬਾਰੀ ਮੁਖੀਆਂ ਨੂੰ ਉਹਨਾਂ ਦੇ ਤਜਰਬੇ ਸਾਂਝੇ ਕਰਨ ਲਈ ਮੰਚ ਮੁਹੱਈਆ ਕਰਵਾਉਣ ਅਤੇ ਉਹਨਾਂ ਦੇ ਕਾਰਜਾਂ ਨੂੰ ਸਨਮਾਨ ਦੇਣ ਦੇ ਮਕਸਦ ਨਾਲ ਹੀ ਦੁਬਈ ਇੰਟਰਨੈਸ਼ਨਲ ਬਿਜ਼ਨਸ ਅਵਾਰਡ 2024 ਦਾ ਆਯੋਜਨ 12 ਮਈ ਨੂੰ ਹੋਣ ਜਾ ਰਿਹਾ ਹੈ। ਪਿਕਸੀ ਜੌਬ ਅਤੇ 5 ਦਰਿਆ UK ਦੇ ਸਾਂਝੇ ਉਪਰਾਲੇ ਨਾਲ ਹੋ ਰਹੇ ਇਸ ਵਿਸ਼ਵ ਪੱਧਰੀ ਅਵਾਰਡ ਸਮਾਰੋਹ ਵਿੱਚ ਵੱਖ-ਵੱਖ ਮੁਲਕਾਂ ਤੋਂ ਕਾਰੋਬਾਰੀ ਅਦਾਰਿਆਂ ਦੇ ਮੁਖੀ ਸ਼ਿਰਕਤ ਕਰਕੇ ਜਿੱਥੇ ਸਨਮਾਨ ਹਾਸਲ ਕਰਨਗੇ ਉੱਥੇ ਆਪਣੀ ਸਫਲਤਾ ਦੇ ਰਾਜ਼ ਵੀ ਸਾਂਝੇ ਕਰਨਗੇ। ਇਸ ਅਵਾਰਡ ਸਮਾਰੋਹ ਵਿੱਚ ਆਪਣੇ ਅਣਥੱਕ ਕਾਰਜਾਂ ਜ਼ਰੀਏ ਸਮਾਜ ਦੀ ਸੇਵਾ ਕਰਨ ਵਾਲੀਆਂ 3 ਸ਼ਖਸੀਅਤਾਂ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਉਪਰਾਲਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਜੋ ਪ੍ਰਬੰਧਕਾਂ ਵੱਲੋਂ ਇਹਨਾਂ ਸ਼ਖਸੀਅਤਾਂ ਦੇ ਨਾਮਾਂ ਦਾ ਰਸਮੀ ਐਲਾਨ ਕਰਦਿਆਂ ਦੱਸਿਆ ਗਿਆ ਕਿ ਦੁਬਈ ਦੀ ਧਰਤੀ ਤੇ ਸਿੱਖ ਧਰਮ ਦੇ ਨਿਸ਼ਾਨ ਸਾਹਿਬ ਦੀ ਆਨ ਸ਼ਾਨ ਲਈ ਸਮਾਜ ਸੇਵੀ ਕਾਰਜਾਂ ਲਈ ਕੀਤੇ ਲਾਸਾਨੀ ਕਾਰਜਾਂ ਬਦਲੇ ਤਲਵਿੰਦਰ ਸਿੰਘ ਜੀ ਨੂੰ ਚੁਣਿਆ ਗਿਆ। ਸਕਾਟਲੈਂਡ ਦੀ ਧਰਤੀ ਤੋਂ ਸੰਚਾਲਿਤ ਸਿੱਖ ਏਡ ਸਕਾਟਲੈਂਡ ਸੰਸਥਾ ਹੁਣ ਸਿੱਖ ਏਡ ਗਲੋਬਲ ਤੱਕ ਦਾ ਸਫ਼ਰ ਤੈਅ ਕਰ ਚੁੱਕੀ ਹੈ। ਮੱਧ ਪ੍ਰਦੇਸ਼ ਵਿੱਚ ਵਸਦੇ ਸਿੱਕਲੀਗਰ ਵਣਜਾਰੇ ਸਿੱਖਾਂ ਦੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਬੱਚਿਆਂ ਨੂੰ ਉੱਚ ਸਿੱਖਿਆ ਹਾਸਲ ਕਰਵਾਉਣ ਤੱਕ ਦੇ ਵਡੇਰੇ ਕਾਰਜ ਕਰਨ ਦਾ ਸੁਭਾਗ ਵੀ ਸਿੱਖ ਏਡ ਗਲੋਬਲ ਦੀ ਝੋਲੀ ਪਿਆ ਹੈ। ਇਸ ਸਨਮਾਨ ਸਮਾਰੋਹ ਦੌਰਾਨ ਸੰਸਥਾ ਦੇ ਅਣਥੱਕ ਸੇਵਾਦਾਰ ਗੁਰਦੀਪ ਸਿੰਘ ਸਮਰਾ ਨੂੰ ਵੀ ਜੀਵਨ ਭਰ ਦੀਆਂ ਪ੍ਰਾਪਤੀਆਂ ਦਾ ਅਵਾਰਡ ਸਤਿਕਾਰ ਸਹਿਤ ਭੇਂਟ ਕੀਤਾ ਜਾਵੇਗਾ। ਤੀਜੀ ਸ਼ਖਸੀਅਤ ਦਾ ਨਾਂ ਹੈ ਰਣਜੀਤ ਸਿੰਘ ਵੀਰ। ਬੇਸ਼ੱਕ ਕਿੱਤੇ ਪੱਖੋਂ ਰਣਜੀਤ ਸਿੰਘ ਵੀਰ ਵੈਸਟ ਬ੍ਰੋਮਿਚ ਸਥਿਤ ਨੈਸ਼ਨਲ ਐਕਸਪ੍ਰੈਸ ਬੱਸ ਕੰਪਨੀ ਦੇ ਡਰਾਈਵਰ ਦੀਆਂ ਸੇਵਾਵਾਂ ਨਿਭਾ ਰਹੇ ਨੇ, ਪਰ ਉਹ ਸਾਬਤ ਸੂਰਤ ਸਿੱਖ ਹੋਣ ਦੇ ਨਾਲ ਸੁਰੀਲੇ ਕੀਰਤਨੀਏ ਵੀ ਨੇ। ਰਣਜੀਤ ਸਿੰਘ ਵੀਰ ਵੱਲੋਂ ਆਪਣੀ 10 ਨੋਹਾਂ ਦੀ ਕਿਰਤ ਨੂੰ ਗੀਤ ਬੱਸ ਡਰਾਈਵਰ ਰਾਹੀਂ ਸੰਗੀਤ ਜਗਤ ਦੀ ਝੋਲੀ ਪਾਇਆ ਗਿਆ ਤਾਂ ਉਸ ਸੰਗੀਤ ਦੀ ਧੁਨ ਅੰਗਰੇਜ਼ੀ ਮੀਡੀਆ ਦੇ ਮੰਚਾਂ ਤੇ ਵੀ ਦੇਖਣ ਨੂੰ ਮਿਲੀ। ਕਮਾਲ ਇਹ ਹੋਇਆ ਕਿ ਆਪਣੀ ਸਾਬਤ ਸੂਰਤ ਦਿੱਖ ਦਸਤਾਰ ਅਤੇ ਪੰਜਾਬੀ ਬੋਲੀ ਨੂੰ ਹਰ ਘਰ ਤੱਕ ਪਹੁੰਚਾਉਣ ਦਾ ਸਿਹਰਾ ਰਣਜੀਤ ਸਿੰਘ ਵੀਰ ਦੇ ਸਿਰ ਆਣ ਵੱਜਿਆ। ਉਹ ਸਿੱਖ ਵੇਸ਼ਭੂਸ਼ਾ, ਸਿੱਖ ਅਕੀਦੇ ਤੇ 10 ਨੌਆਂ ਦੀ ਕਿਰਤ ਦੇ ਗੁਰੂ ਸਾਹਿਬਾਨਾਂ ਦੇ ਸੰਦੇਸ਼ ਨੂੰ ਗੈਰ ਪੰਜਾਬੀ ਲੋਕਾਂ ਅੱਗੇ ਪੁੱਜਦਾ ਕਰਨ ਵਿੱਚ ਵੀ ਸਫਲ ਰਹੇ। ਮਾਣ ਵਜੋਂ ਰਣਜੀਤ ਸਿੰਘ ਵੀਰ ਨੂੰ ਲੋਕ ਸਿੰਗਿੰਗ ਬੱਸ ਡਰਾਈਵਰ ਵਜੋਂ ਜਾਣਦੇ ਨੇ।
ਉਹਨਾਂ ਦੇ ਇਸ ਮਾਣਮੱਤੇ ਕਾਰਜ ਤੇ ਪਾਕ ਪਵਿੱਤਰ ਸੋਚ ਨੂੰ ਧਿਆਨ ਵਿੱਚ ਰੱਖਦਿਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਐਵਾਰਡ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਦੁਬਈ ਸ਼ਾਹੀ ਪਰਿਵਾਰ ਨਾਲ ਸੰਬੰਧਿਤ ਮਾਣਯੋਗ ਸ਼ਖਸੀਅਤਾਂ ਦੇ ਨਾਲ ਹੋਰ ਵੀ ਆਹਲਾ ਦਰਜੇ ਦੇ ਸਰਕਾਰੀ ਅਧਿਕਾਰੀ ਐਵਾਰਡ ਭੇਂਟ ਕਰਨ ਲਈ ਸ਼ਿਰਕਤ ਕਰਨਗੇ। ਕਥਿਤ ਸ਼ਰਾਬ ਘਪਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਅੱਜ ਯਾਨੀ 31 ਮਾਰਚ ਨੂੰ ਦਿੱਲੀ ਵਿੱਚ ਇੱਕ ਮੈਗਾ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਇੰਡੀਆ ਗੱਠਜੋੜ ਦੇ ਸਾਰੇ ਸੀਨੀਅਰ ਆਗੂਆਂ ਦੀ ਏਕਤਾ ਨਜ਼ਰ ਆਈ। ਇਸ ਰੈਲੀ ਵਿੱਚ ਆਪ ਸੁਪਰੀਮੋ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਸੀਐਮ ਕੇਜਰੀਵਾਲ ਦਾ ਸੰਦੇਸ਼ ਪੜ੍ਹਨ ਵਾਸਤੇ ਹਾਜ਼ਰ ਹੋਈ। ਆਪ ਪਾਰਟੀ ਨੇ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਨੇ ਈਡੀ ਦੀ ਹਿਰਾਸਤ ਤੋਂ ਦੇਸ਼ ਨੂੰ ਸੁਨੇਹਾ ਦਿੱਤਾ ਹੈ, ਜਿਸ ਨੂੰ ਉਹਨਾਂ ਦੀ ਪਤਨੀ ਪੂਰੇ ਦੇਸ਼ ਨੂੰ ਪੜ੍ਹ ਕੇ ਸੁਣਾ ਚੁੱਕੀ ਹੈ। ਇਸ ਤੋਂ ਇਲਾਵਾ ਸੋਨੀਆ ਗਾਂਧੀ ਅਤੇ ਵਿਰੋਧੀ ਧਿਰ ਦੇ ਨੇਤਾ ਵੀ ਮੰਚ ਤੇ ਨਜ਼ਰ ਆਏ। ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੀ ਇਸ ਰੈਲੀ ਵਿੱਚ ਕਾਂਗਰਸ ਪ੍ਰਧਾਨ ਮੱਲਿਕਾ ਅਰਜੁਨ ਖੜਗੇ, ਰਾਹੁਲ ਗਾਂਧੀ, ਸ਼ਰਦ ਪਵਾਰ, ਉद्धਵ ਠਾਕਰੇ, ਅਖਿਲੇਸ਼ ਯਾਦਵ, ਤੇਜਸਵੀ ਯਾਦਵ, ਫਾਰੂਕ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਸ਼ਾਮਿਲ ਹੋਏ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਸ ਮੈਗਾ ਰੈਲੀ ਦਾ ਐਲਾਨ ਕੀਤਾ। ਇਸ ਰੈਲੀ ਲਈ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਗਈਆਂ। ਦਿੱਲੀ ਪੁਲਿਸ ਨੇ ਰਾਮਲੀਲਾ ਮੈਦਾਨ ਵਿੱਚ ਹੋਣ ਜਾ ਰਹੀ ਇੰਡੀਆ ਗੱਠਜੋੜ ਦੀ ਇਸ ਮੈਗਾ ਰੈਲੀ ਲਈ 20,000 ਲੋਕਾਂ ਦੇ ਇਕੱਠ ਦੀ ਇਜਾਜ਼ਤ ਦਿੱਤੀ। ਦਿੱਲੀ ਪੁਲਿਸ ਨੇ ਇੱਕ ਟ੍ਰੈਫਿਕ ਐਡਵਾਈਜ਼ਰੀ ਵੀ ਜਾਰੀ ਕੀਤੀ, ਜਿਸ ਦੇ ਨਾਲ ਪੁਲਿਸ ਨੇ ਕਿਹਾ ਕਿ ਸ਼ਹਿਰ ਵਿੱਚ ਵਾਹਨਾਂ ਦੀ ਆਵਾਜਾਈ ਨੂੰ 6 ਘੰਟੇ ਤੱਕ ਕੰਟਰੋਲ ਕੀਤਾ। ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਟ੍ਰੈਫਿਕ ਦੀ ਆਵਾਜਾਈ ਨੂੰ ਕੰਟਰੋਲ ਕੀਤਾ ਗਿਆ ਅਤੇ ਆਵਾਜਾਈ ਤੇ ਵੀ ਪਾਬੰਦੀ ਲਗਾਈ ਗਈ। ਕਈ ਥਾਵਾਂ ਤੇ ਆਵਾਜਾਈ ਦੇ ਰੂਟ ਵੀ ਬਦਲੇ ਗਏ। ਰਾਮਲੀਲਾ ਮੈਦਾਨ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਤਾਂ ਜੋ ਰੈਲੀ ਦੌਰਾਨ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਰਾਮਲੀਲਾ ਮੈਦਾਨ ਨੇੜੇ ਟ੍ਰੈਫਿਕ ਅਤੇ ਪਾਰਕਿੰਗ ਨੂੰ ਕੰਟਰੋਲ ਕਰਨ ਲਈ ਟ੍ਰੈਫਿਕ ਪੁਲਿਸ ਵੀ ਤਾਇਨਾਤ ਕੀਤੀ ਗਈ। ਇਸ ਰੈਲੀ ਬਾਰੇ ਆਪ ਪਾਰਟੀ ਦੇ ਆਗੂ ਬਲਬੀਰ ਸਿੰਘ ਨੇ ਕਿਹਾ, ਅਸੀਂ ਤਾਨਾਸ਼ਾਹੀ ਖਤਮ ਕਰਕੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣਾ ਚਾਹੁੰਦੇ ਹਾਂ। ਇਹ ਭਾਰਤ ਗੱਠਜੋੜ ਦੀ ਵਿਸ਼ਾਲ ਰੈਲੀ ਹੈ। ਮੋਰਚੇ ਦੇ ਸਾਰੇ ਆਗੂ ਆ ਕੇ ਭਵਿੱਖ ਦੀ ਰਣਨੀਤੀ ਬਾਰੇ ਦੱਸ ਰਹੇ ਨੇ। ਉਹਨਾਂ ਕਿਹਾ ਕਿ 140 ਕਰੋੜ ਭਾਰਤੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਨੇ। ਬਲਬੀਰ ਸਿੰਘ ਨੇ ਅੱਗੇ ਕਿਹਾ ਕਿ ਭ੍ਰਸ਼ਟ ਲੋਕ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਨੇ ਅਤੇ ਇਮਾਨਦਾਰ ਲੋਕ ਜੇਲ੍ਹ ਵਿੱਚ ਸੜ ਰਹੇ ਨੇ। 1 ਅਪ੍ਰੈਲ ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੋਣ ਜਾ ਰਿਹਾ ਹੈ। ਵਿੱਤੀ ਸਾਲ ਸ਼ੁਰੂ ਹੋਣ ਦੇ ਨਾਲ ਹੀ ਕਈ ਨਿਯਮਾਂ ਵਿੱਚ ਵੀ ਬਦਲਾਅ ਹੋਣ ਜਾ ਰਹੇ ਨੇ। ਇਹਨਾਂ ਨਿਯਮਾਂ ਵਿੱਚ ਹੋਣ ਵਾਲੇ ਬਦਲਾਅ ਦਾ ਤੁਹਾਡੀ ਜੇਬ ਤੇ ਸਿੱਧਾ ਅਸਰ ਪਵੇਗਾ। ਵਿੱਤੀ ਸਾਲ 2024-25 ਸ਼ੁਰੂ ਹੋਣ ਤੋਂ ਪਹਿਲਾਂ ਕੁਝ ਜ਼ਰੂਰੀ ਕੰਮ ਨਿਪਟਾ ਲਓ, ਨਹੀਂ ਤਾਂ ਬਾਅਦ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। NPS ਸਿਸਟਮ ਵਿੱਚ ਬਦਲਾਅ। ਨੈਸ਼ਨਲ ਪੈਨਸ਼ਨ ਸਿਸਟਮ ਵਿੱਚ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਬਦਲਾਅ ਹੋ ਰਹੇ ਨੇ। ਪੈਨਸ਼ਨ ਫੰਡ ਰੈਗੂਲੇਟਰੀ ਨੇ NPS ਦੀ ਲੌਗ ਇਨ ਪ੍ਰਕਿਰਿਆ ਨੂੰ ਬਦਲਣ ਦਾ ਫੈਸਲਾ ਕੀਤਾ। ਅਪ੍ਰੈਲ ਤੋਂ ਨੈਸ਼ਨਲ ਪੈਨਸ਼ਨ ਸਿਸਟਮ ਦੇ ਖਾਤੇ ਵਿੱਚ ਲੌਗ ਇਨ ਕਰਨ ਲਈ 2 ਫੈਕਟਰ ਪ੍ਰਮਾਣਿਕਤਾ ਦੀ ਜ਼ਰੂਰਤ ਹੋਵੇਗੀ। ਫਾਸਟੈਗ ਨਾਲ ਜੁੜੇ ਨਿਯਮ ਵਿੱਚ ਬਦਲਾਅ। ਫਾਸਟੈਗ ਨਾਲ ਜੁੜਿਆ ਨਿਯਮ ਵੀ 1 ਅਪ੍ਰੈਲ ਤੋਂ ਬਦਲ ਰਿਹਾ ਹੈ। ਗਾਹਕਾਂ ਲਈ ਜ਼ਰੂਰੀ ਹੈ ਕਿ ਜੇਕਰ ਉਹਨਾਂ ਨੇ ਆਪਣੀ ਕਾਰ ਦੇ ਫਾਸਟੈਗ ਦੀ ਬੈਂਕ KYC ਪੂਰੀ ਨਹੀਂ ਕੀਤੀ ਤਾਂ ਨਵੇਂ ਵਿੱਤੀ ਸਾਲ ਵਿੱਚ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 31 ਮਾਰਚ ਦੇ ਪਹਿਲੇ ਵੀ KYC ਪੂਰੀ ਕਰ ਲਓ, ਨਹੀਂ ਤਾਂ ਤੁਹਾਡੇ ਫਾਸਟੈਗ ਖਾਤੇ ਨੂੰ ਬੈਂਕ ਡੀਐਕਟਿਵ ਜਾਂ ਬਲੈਕ ਲਿਸਟ ਕਰ ਦੇਣਗੇ। ਅਜਿਹਾ ਹੋਇਆ ਤਾਂ ਫਾਸਟੈਗ ਖਾਤੇ ਵਿੱਚ ਮੌਜੂਦ ਬੈਲੈਂਸ ਦਾ ਵੀ ਤੁਸੀਂ ਇਸਤੇਮਾਲ ਨਹੀਂ ਕਰ ਸਕੋਗੇ। EPFO ਨਾਲ ਜੁੜਿਆ ਨਿਯਮ। EPFO ਵੀ 1 ਅਪ੍ਰੈਲ ਤੋਂ ਨਵੇਂ ਨਿਯਮ ਲਾਗੂ ਕਰਨ ਵਾਲਾ ਹੈ, ਜਿਸ ਅਨੁਸਾਰ ਨੌਕਰੀ ਬਦਲਣ ਤੇ PF ਦੇ ਬੈਲੈਂਸ ਨੂੰ ਟ੍ਰਾਂਸਫਰ ਕਰਨ ਦੀ ਲੋੜ ਨਹੀਂ ਹੋਵੇਗੀ। ਆਟੋ ਮੋਡ ਵਿੱਚ ਪੁਰਾਣੇ PF ਦਾ ਬੈਲੈਂਸ ਟ੍ਰਾਂਸਫਰ ਹੋ ਜਾਵੇਗਾ। ਅਜੇ ਤੱਕ ਨੌਕਰੀ ਬਦਲਣ ਦੇ ਬਾਅਦ ਯੂਨੀਵਰਸਲ ਅਕਾਊਂਟ ਨੰਬਰ ਹੋਣ ਤੇ ਵੀ PF ਖਾਤੇ ਤੋਂ ਪੈਸੇ ਟ੍ਰਾਂਸਫਰ ਕਰਨ ਲਈ ਪਹਿਲਾਂ ਅਪਲਾਈ ਕਰਨਾ ਪੈਂਦਾ ਸੀ। ਪੈਨ ਆਧਾਰ ਲਿੰਕ। ਸਰਕਾਰ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਡੈਡਲਾਈਨ ਕਈ ਵਾਰ ਦੇ ਚੁੱਕੀ ਹੈ। ਹੁਣ 31 ਮਾਰਚ 2024 ਨੂੰ ਆਧਾਰ ਪੈਨ ਲਿੰਕ ਕਰਨ ਦੀ ਆਖਰੀ ਤਾਰੀਖ ਹੈ। ਜੇਕਰ ਆਖਰੀ ਤਾਰੀਖ ਤੋਂ ਪਹਿਲਾਂ ਲਿੰਕ ਨਹੀਂ ਕਰਵਾਇਆ ਤਾਂ ਪੈਨ ਕਾਰਡ ਰੱਦ ਹੋ ਸਕਦਾ ਹੈ। ਪੈਨ ਕਾਰਡ ਰੱਦ ਹੋਣ ਦੇ ਬਾਅਦ ਕਈ ਜ਼ਰੂਰੀ ਕੰਮ ਨਹੀਂ ਹੋ ਪਾਉਣਗੇ। ਇੰਨਾ ਹੀ ਨਹੀਂ, ਜੇਕਰ ਪੈਨ ਕਾਰਡ ਰੱਦ ਹੋ ਜਾਂਦਾ ਹੈ ਤਾਂ ਉਸ ਨੂੰ ਐਕਟਿਵ ਕਰਵਾਉਣ ਲਈ 1000 ਰੁਪਏ ਦੇ ਜੁਰਮਾਨੇ ਦਾ ਵੀ ਭੁਗਤਾਨ ਕਰਨਾ ਪਵੇਗਾ। LPG ਗੈਸ ਦੇ ਰੇਟ ਵਿੱਚ ਬਦਲਾਅ। ਹਰ ਮਹੀਨੇ ਦੀ 1 ਤਾਰੀਖ ਨੂੰ ਸਰਕਾਰ LPG ਸਿਲੰਡਰ ਦੀਆਂ ਨਵੀਆਂ ਕੀਮਤਾਂ ਜਾਰੀ ਕਰਦੀ ਹੈ। ਦੇਸ਼ ਵਿੱਚ ਲੋਕ ਸਭਾ ਚੋਣਾਂ ਹੋਣ ਵਾਲੀਆਂ ਨੇ, ਜਿਸ ਕਾਰਨ ਚੋਣ ਜ਼ਾਬਤਾ ਲਾਗੂ ਹੈ, ਜਿਸ ਨੂੰ ਦੇਖਦੇ ਹੋਏ LPG ਗੈਸ ਸਿਲੰਡਰ ਦੇ ਰੇਟ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਘੱਟ ਹੈ। SBI ਕ੍ਰੈਡਿਟ ਕਾਰਡ ਦੇ ਬਦਲੇ ਨਿਯਮ। 1 ਅਪ੍ਰੈਲ ਤੋਂ SBI ਕ੍ਰੈਡਿਟ ਕਾਰਡ ਦੇ ਨਿਯਮ ਵੀ ਬਦਲਣ ਵਾਲੇ ਨੇ। ਕ੍ਰੈਡਿਟ ਕਾਰਡ ਜ਼ਰੀਏ ਕਿਰਾਏ ਦਾ ਭੁਗਤਾਨ ਕਰਨ ਤੇ ਰਿਵਾਰਡ ਪੁਆਇੰਟ ਨਹੀਂ ਮਿਲਣਗੇ। ਕਈ ਬੈਂਕਾਂ ਵਿੱਚ ਇਹ ਨਿਯਮ 15 ਅਪ੍ਰੈਲ ਤੋਂ ਲਾਗੂ ਹੋ ਸਕਦਾ ਹੈ।
ਭਾਜਪਾ ਨੇ ਲੋਕ ਸਭਾ ਚੋਣਾਂ ਲਈ ਅੱਜ ਪੰਜਾਬ ਤੋਂ 6 ਜਣਿਆਂ ਸਣੇ ਵੱਖ-ਵੱਖ ਸੂਬਿਆਂ ਲਈ ਕੁੱਲ 11 ਉਮੀਦਵਾਰਾਂ ਦਾ ਐਲਾਨ ਕੀਤਾ ਅਤੇ ਹਾਲ ਵਿੱਚ ਹੋਰਨਾਂ ਪਾਰਟੀਆਂ ਤੋਂ ਭਗਵਾ ਪਾਰਟੀ ਵਿੱਚ ਆਏ ਰਵਨੀਤ ਸਿੰਘ ਬਿੱਟੂ, ਪਰਨੀਤ ਕੌਰ, ਸੁਸ਼ੀਲ ਕੁਮਾਰ ਰਿੰਕੂ ਤੇ ਬੀ ਮਹਿਤਾਬ ਨੂੰ ਟਿਕਟ ਦਿੱਤੀ ਗਈ, ਜਦਕਿ ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਸਨੀ ਦਿਓਲ ਨੂੰ ਇਸ ਵਾਰ ਟਿਕਟ ਨਹੀਂ ਦਿੱਤੀ ਗਈ। ਭਗਵਾ ਪਾਰਟੀ ਨੇ ਪੰਜਾਬ ਵਿੱਚ 3 ਉਮੀਦਵਾਰਾਂ ਨੂੰ ਉਹਨਾਂ ਦੇ ਮੌਜੂਦਾ ਹਲਕਿਆਂ ਤੋਂ ਟਿਕਟ ਦਿੱਤੀ ਹੈ, ਜਦਕਿ ਅਮਰੀਕਾ ਵਿੱਚ ਭਾਰਤੀ ਸਫੀਰ ਰਹੇ ਤਰਨਜੀਤ ਸਿੰਘ ਸੰਧੂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕਰਨਗੇ। ਹੰਸਰਾਜ ਹੰਸ, ਜਿਹੜੇ ਕਿ 2019 ਵਿੱਚ ਭਾਜਪਾ ਦੀ ਟਿਕਟ ਤੇ ਉੱਤਰ ਪੱਛਮੀ ਦਿੱਲੀ ਤੋਂ ਚੋਣ ਜਿੱਤੇ ਸਨ, ਉਹਨਾਂ ਨੂੰ ਫਰੀਦਕੋਟ ਤੋਂ ਉਮੀਦਵਾਰ ਬਣਾਇਆ ਗਿਆ। ਇਹ ਸੀਟ ਅਨੁਸੂਚਿਤ ਜਾਤੀ ਉਮੀਦਵਾਰ ਲਈ ਰਾਖਵੀਂ ਹੈ। ਪੰਜਾਬ ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ, ਪਰਨੀਤ ਕੌਰ ਨੂੰ ਪਟਿਆਲਾ, ਜਦਕਿ ਆਪ ਨੂੰ ਅਲਵਿਦਾ ਕਹਿ ਕੇ ਆਏ ਸੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਅਦਾਕਾਰ ਸਨੀ ਦਿਓਲ ਦੀ ਜਗ੍ਹਾ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਨੂੰ ਉਮੀਦਵਾਰ ਬਣਾਇਆ ਗਿਆ। ਪਾਰਟੀ ਨੇ ਉੱਘੇ ਸੰਸਦ ਮੈਂਬਰ ਬੀ ਮਹਿਤਾਬ, ਜਿਹੜੇ ਹਾਲ ਹੀ ਵਿੱਚ ਬੀਜੇਡੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਨੇ, ਉਹਨਾਂ ਨੂੰ ਕਟਕ ਉੜੀਸਾ ਤੋਂ ਉਮੀਦਵਾਰ ਬਣਾਇਆ ਗਿਆ। ਭਾਜਪਾ ਨੇ ਅੱਜ ਪੰਜਾਬ ਤੋਂ 6, ਪੱਛਮੀ ਬੰਗਾਲ ਤੋਂ 2 ਅਤੇ ਉੜੀਸਾ ਤੋਂ 3 ਉਮੀਦਵਾਰਾਂ ਦਾ ਐਲਾਨ ਕੀਤਾ ਤੇ ਪਾਰਟੀ ਹੁਣ ਤੱਕ 411 ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਭਾਜਪਾ ਨੇ ਪੱਛਮੀ ਬੰਗਾਲ ਵਿੱਚ ਸਾਬਕਾ IPS ਅਧਿਕਾਰੀ ਦੇਬਾਸ਼ੀਸ਼ ਧਰ ਨੂੰ ਬੀਰਭੂਮ ਹਲਕੇ ਤੋਂ, ਜਦਕਿ ਚੋਣ ਲੜਨ ਲਈ ਸਰਕਾਰੀ ਡਾਕਟਰ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਪ੍ਰਾਣਤ ਤੁੱਦੂ ਨੂੰ ਝਾਰਗ੍ਰਾਮ ਤੋਂ ਮੌਜੂਦਾ ਸੰਸਦ ਮੈਂਬਰ ਕੁਨਾਰ ਹੇਮਬਰਗ ਦੀ ਜਗ੍ਹਾ ਟਿਕਟ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦੀ ਗ੍ਰਿਫਤਾਰੀ ਖਿਲਾਫ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਮੈਗਾ ਰੈਲੀ ਹੋਈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਤਾਨਾਸ਼ਾਹੀ ਖਿਲਾਫ ਇਨਕਲਾਬ ਦੀ ਸ਼ੁਰੂਆਤ ਹੈ। ਇਸ ਤੋਂ ਪਹਿਲਾਂ ਉਹਨਾਂ ਨੇ X ਤੇ ਲਿਖਿਆ ਕਿ ਦੇਸ਼ ਦੀ ਤਾਨਾਸ਼ਾਹ ਸਰਕਾਰ ਖਿਲਾਫ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਦੇ ਵਿਰੁੱਧ ਵਿੱਚ ਅੱਜ ਦੇਸ਼ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇਕੱਠੀਆਂ ਹੋ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਆਓ ਇਸ ਮਹਾਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਈਏ ਅਤੇ ਲੋਕਤੰਤਰ ਨੂੰ ਬਚਾਈਏ। ਇਨਕਲਾਬ ਜ਼ਿੰਦਾਬਾਦ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।